ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਜਿਵੇਂ ਆਪਾਂ ਮੈਂ ਦੋ ਸੀਰੀਜ਼ ਸਟਾਰਟ ਕਰ ਰਿਹਾ, ਇੱਕ ਪੰਜਾਬ ਪੋਲਿਟੀ ਦੀ ਅਤੇ ਦੂਸਰੀ ਪੰਜਾਬ ਹਿਸਟਰੀ ਦੀ। ਪੰਜਾਬ ਹਿਸਟਰੀ ਦੇ ਮੈਂ ਸਾਰੇ ਸਵਾਲ ਇੱਕ ਹੋਰ ਵੀਡੀਓ 'ਚ ਬਣਾ ਕੇ ਅਪਲੋਡ ਕੀਤੇ ਹੈ। ਇੱਦਾਂ ਹੀ ਪੰਜਾਬ ਪੋਲਿਟੀ ਦੇ ਵੀ ਮੈਂ ਪ੍ਰੀਵੀਅਸ ਈਅਰ ਐਗਜ਼ਾਮ ਦੀ ਇੱਕ ਵੀਡੀਓ ਬਣਾਊਂਗਾ। ਬਟ ਉਸ ਤੋਂ ਪਹਿਲਾਂ ਆਪਾਂ ਪੰਜਾਬ ਪੋਲਿਟੀ ਬਹੁਤ ਹੀ ਬੇਅੰਤ ਇੱਕ ਸਬਜੈਕਟ ਹੈ ਜਿਹਦਾ ਅੰਤ ਨਹੀਂ, ਇਸ ਕਰਕੇ ਉਹਦੀ ਥੋੜੀ ਪ੍ਰੈਕਟਿਸ ਵਾਸਤੇ ਮੈਂ ਇੱਕ ਪਹਿਲਾਂ ਸੀਰੀਜ਼ ਲੈ ਕੇ ਆ ਰਿਹਾ, ਜਿਹਦੇ 'ਚ ਮੈਂ ਤੁਹਾਨੂੰ ਲਗਭਗ 100+ ਕੁਐਸਚਨ ਕਰਾਊਂਗਾ ਪੰਜਾਬ ਪੋਲਿਟੀ ਦੇ, ਅਤੇ ਨਾਲ ਪ੍ਰੀਵੀਅਸ ਈਅਰ ਵਾਲੇ ਵੀ ਤੁਹਾਨੂੰ ਇੱਕ ਹੋਰ ਵੀਡੀਓ 'ਚ ਅਪਲੋਡ ਕਰਦਾ ਰਹੂੰਗਾ। ਤਾਂ ਪਹਿਲਾਂ ਪ੍ਰੈਕਟਿਸ ਸੈਸ਼ਨ ਕਰ ਰਹੇ ਹਾਂ ਅਤੇ ਇਹਦੇ 'ਚ ਪ੍ਰੈਕਟਿਸ ਕਰਾਂਗੇ, ਫਿਰ ਪ੍ਰੀਵੀਅਸ ਈਅਰ ਤੁਹਾਨੂੰ ਭੇਜੂੰਗਾ। ਤੁਸੀਂ ਦੇਖ ਲਿਆ ਜੇ ਤੁਹਾਨੂੰ ਉਹਦੇ ਨਾਲ ਕੁਝ ਫਾਇਦਾ ਹੋ ਰਿਹਾ ਜਾਂ ਨਹੀਂ ਹੋ ਰਿਹਾ, ਠੀਕ ਹੈ। ਵੈਸੇ ਸਵਾਲ ਕਰਕੇ ਹਮੇਸ਼ਾ ਫਾਇਦਾ ਹੀ ਹੁੰਦਾ ਹੈ, ਠੀਕ ਹੈ। ਆਪਾਂ ਸਟਾਰਟ ਕਰਦੇ ਹਾਂ। ਅੱਜ ਵਾਲੀ ਵੀਡੀਓ 'ਚ ਮੈਂ ਤੁਹਾਨੂੰ 30 ਕੁਐਸਚਨਸ ਕਰਾਊਂਗਾ ਅਤੇ ਇੱਦਾਂ 30 ਕਰਕੇ ਆਪਾਂ 3 ਜਾਂ 4 ਵੀਡੀਓਜ਼ 'ਚ ਇਹ ਪੂਰੇ ਸਵਾਲ ਖਤਮ ਕਰਾਂਗੇ। ਤਾਂ ਸਟਾਰਟ ਕਰਦੇ ਹਾਂ। ਪਹਿਲਾਂ, ਮੁੱਖ ਮੰਤਰੀ ਦਾ ਕਾਰਜਕਾਲ ਕਿੰਨਾ ਹੁੰਦਾ ਹੈ? ਇਸ ਦਾ ਸਵਾਲ ਮੋਸਟ ਆਫ ਦ ਲੋਕ ਗਲਤ ਲਗਾ ਕੇ ਆਉਂਦੇ ਨੇ, 5 ਸਾਲ ਲਗਾ ਕੇ ਆਉਂਦੇ ਨੇ, ਪਰ ਮੁੱਖ ਮੰਤਰੀ ਦਾ ਕਾਰਜਕਾਲ ਇਹਦੀ ਕੋਈ ਹੱਦ ਨਹੀਂ ਹੁੰਦੀ। ਮੁੱਖ ਮੰਤਰੀ ਦੇ ਕਾਰਜਕਾਲ ਦੀ ਕੋਈ ਵੀ ਹੱਦ ਨਹੀਂ ਹੁੰਦੀ। ਕਾਰਨ ਮੁੱਖ ਮੰਤਰੀ ਦਾ ਕਾਰਜਕਾਲ 0 ਤੋਂ ਲੈ ਕੇ 5 ਸਾਲ ਤੱਕ ਜਿੰਨਾ ਵੀ ਹੋ ਸਕਦਾ, ਜਿੰਨੀ ਦੇਰ ਤੱਕ ਉਹਦੀ ਵਿਧਾਨ ਸਭਾ ਵਿੱਚ ਬਹੁਮਤ ਰਹੇਗੀ। ਅਤੇ ਅਗਰ ਉਹਦੀ ਬਹੁਮਤ ਟੁੱਟ ਗਈ ਤਾਂ 5 ਸਾਲ ਤੋਂ ਪਹਿਲਾਂ ਵੀ ਖਤਮ ਹੋ ਸਕਦਾ ਹੈ। ਅਗਰ ਇਹ ਸਵਾਲ ਹੁੰਦਾ ਕਿ ਮੁੱਖ ਮੰਤਰੀ ਦਾ ਅਧਿਕਤਮ ਕਾਰਜਕਾਲ ਕਿੰਨਾ ਹੁੰਦਾ, ਤਾਂ ਉਹਦਾ ਆਨਸਰ ਆਉਣਾ ਸੀ 5 ਸਾਲ। ਬਟ ਕੁਛ ਪੁੱਛਿਆ ਨਹੀਂ ਗਿਆ ਸਹੀ ਤਰੀਕੇ ਨਾਲ। ਕਾਰਜਕਾਲ ਕਿਹਾ ਤਾਂ ਇਹਨਾਂ ਵਿੱਚੋਂ ਉਹਦੀ ਕੋਈ ਹੱਦ ਨਹੀਂ ਹੁੰਦੀ। ਉਹ 0 ਤੋਂ ਲੈ ਕੇ 5 ਸਾਲ ਤੱਕ ਜਿੰਨੀ ਦੇਰ ਮਰਜ਼ੀ, ਮਤਲਬ ਚਾਹੇ 0 ਈਅਰਸ ਤੋਂ ਲੈ ਕੇ 5 ਈਅਰਸ ਤੱਕ ਉਹ ਰਹਿ ਸਕਦਾ। 5 ਸਾਲ ਤੋਂ ਵੱਧ ਵੀ ਰਹਿ ਸਕਦਾ ਅਗਰ ਉਹ ਅਗਲੀ ਵਾਰੀ ਫਿਰ ਇਲੈਕਸ਼ਨ ਜਿੱਤ ਜੇ, ਤਾਂ ਉਹ ਬਹੁਮਤ ਅਗਰ ਬਣਦੀ ਰਹੇਗੀ। ਜਿਵੇਂ ਹੁਣ ਅਗਰ ਇਲੈਕਸ਼ਨ ਹੋਣ ਅਗਲੀ ਵਾਰ ਫਿਰ ਕਾਂਗਰਸ ਸਰਕਾਰ ਆ ਜਾਏ ਤਾਂ 5 ਸਾਲ ਤੋਂ ਵੱਧ ਹੋ ਜਾਏਗਾ, ਠੀਕ ਹੈ ਜੀ। ਅਗਲਾ ਕੁਐਸਚਨ, ਮੁੱਖ ਮੰਤਰੀ ਨੂੰ ਸਹੁੰ ਕੌਣ ਦਿਵਾਉਂਦਾ ਹੈ? ਤਾਂ ਮੁੱਖ ਮੰਤਰੀ ਨੂੰ ਸਹੁੰ ਕੌਣ ਦਿਵਾਉਂਦਾ, ਤੁਸੀਂ ਪੜ੍ਹਿਆ ਹੈਗਾ। ਤੁਸੀਂ ਰਾਜਪਾਲ ਦੀ ਨਿਯੁਕਤੀਆਂ ਦੀ ਪਾਵਰਸ ਪੜ੍ਹੀਆਂ ਹੋਣਗੀ, ਨਿਯੁਕਤੀ ਸ਼ਕਤੀ ਹੁੰਦੀ, ਤਾਂ ਉਸ ਦੇ ਵਿੱਚ ਲਿਖਿਆ ਗਿਆ ਕਿ ਰਾਜਪਾਲ ਹੀ ਮੁੱਖ ਮੰਤਰੀ ਨੂੰ ਨਿਯੁਕਤ ਕਰਦਾ ਹੈ। ਤਾਂ ਰਾਜਪਾਲ ਮੁੱਖ ਮੰਤਰੀ ਦੀ ਨਿਯੁਕਤੀ ਕਰਦਾ ਹੈ, ਠੀਕ ਹੈ ਜੀ। ਅਗਲਾ, ਕਿਸੇ ਵੀ ਰਾਜ ਦਾ ਮੁੱਖ ਮੰਤਰੀ ਬਣਨ ਲਈ ਘੱਟ ਤੋਂ ਘੱਟ ਕਿੰਨੀ ਉਮਰ ਚਾਹੀਦੀ ਹੈ? ਦੇਖੋ, ਕਿਸੇ ਨੇ ਅਗਰ ਮੁੱਖ ਮੰਤਰੀ ਬਣਨਾ ਹੈ ਤਾਂ ਉਹਦੇ ਕੋਲ ਜੋ ਯੋਗਤਾ ਹੈ ਉਹ ਹੋਣੀ ਚਾਹੀਦੀ ਲੋਕ ਸਭਾ ਦਾ ਮੈਂਬਰ ਬਣਨ ਦੀ। ਅਤੇ ਵਿਧਾਨ ਸਭਾ ਦਾ ਮੈਂਬਰ ਬਣਨ ਲਈ ਅਗਰ ਮੁੱਖ ਮੰਤਰੀ ਹੈ, ਅਤੇ ਅਗਰ ਪ੍ਰਧਾਨ ਮੰਤਰੀ ਤਾਂ ਲੋਕ ਸਭਾ ਦਾ ਮੈਂਬਰ ਬਣਨ ਦੀ ਉਹਦੇ ਕੋਲ ਯੋਗਤਾ ਹੋਣੀ ਚਾਹੀਦੀ ਹੈ। ਅਤੇ ਆਪਾਂ ਨੂੰ ਪਤਾ ਹੈ ਵਿਧਾਨ ਸਭਾ ਦਾ ਮੈਂਬਰ ਬਣਨ ਲਈ ਕਿੰਨੀ ਸਾਲ ਉਮਰ ਚਾਹੀਦੀ ਹੈ? 25 ਸਾਲ ਉਮਰ ਚਾਹੀਦੀ ਹੈ। ਤਾਂ ਮੁੱਖ ਮੰਤਰੀ ਲਈ ਆਨਸਰ ਕੀ ਆਏਗਾ? 25 ਸਾਲ। ਪ੍ਰਧਾਨ ਮੰਤਰੀ ਲਈ ਵੀ 25 ਸਾਲ। ਰਾਜ ਸਭਾ ਦਾ ਮੈਂਬਰ ਆਉਂਦਾ ਤਾਂ 30 ਸਾਲ, ਵਿਧਾਨ ਪਰਿਸ਼ਦ ਆਉਂਦਾ ਤਾਂ 30 ਸਾਲ, ਔਰ ਅਗਰ ਪੁੱਛਿਆ ਜਾਂਦਾ ਰਾਸ਼ਟਰਪਤੀ ਤਾਂ 35 ਸਾਲ, ਉਪ ਰਾਸ਼ਟਰਪਤੀ ਤਾਂ 35 ਸਾਲ, ਠੀਕ ਹੈ। ਇਹ ਸਾਰੀ ਯਾਦ ਰੱਖਣੀ ਹੈ। ਮੈਂ ਦੁਬਾਰਾ ਬੋਲ ਰਿਹਾ, ਮੁੱਖ ਮੰਤਰੀ ਲਈ 25 ਸਾਲ, ਪ੍ਰਧਾਨ ਮੰਤਰੀ ਲਈ 25 ਸਾਲ, ਕਿਉਂਕਿ ਲੋਕ ਸਭਾ ਲਈ ਵੀ 25 ਸਾਲ ਹੈ ਅਤੇ ਵਿਧਾਨ ਸਭਾ ਲਈ ਵੀ 25 ਸਾਲ ਹੈ। ਅਗਰ ਆਉਂਦਾ ਰਾਜ ਸਭਾ ਅਤੇ ਵਿਧਾਨ ਪਰਿਸ਼ਦ, ਫਿਰ ਆਉਣਾ ਸੀ 30 ਸਾਲ, ਅਤੇ ਅਗਰ ਆਉਂਦਾ ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ, ਫਿਰ ਆਉਣਾ ਸੀ 35 ਸਾਲ, ਠੀਕ ਹੈ ਜੀ। ਅੱਗੇ ਕਰਦੇ ਹਾਂ ਆਪਾਂ। ਰਾਜ ਦੇ ਐਡਵੋਕੇਟ ਜਨਰਲ ਕਿਸ ਨੂੰ ਜ਼ਿੰਮੇਵਾਰ ਹਨ? ਸੇਮ ਗੱਲ ਉਹੀ ਆਪਾਂ ਪਹਿਲਾਂ ਪੜ੍ਹਿਆ ਸੀ ਕਿ ਜਿਹੜੇ ਰਾਜ ਦੇ ਐਡਵੋਕੇਟ ਜਨਰਲ ਉਹਨਾਂ ਦੀ ਨਿਯੁਕਤੀ ਕੌਣ ਕਰਦਾ ਹੈ? ਰਾਜਪਾਲ ਕਰਦਾ ਹੈ, ਠੀਕ ਹੈ। ਤਾਂ ਐਡਵੋਕੇਟ ਜਨਰਲ ਪਹਿਲਾਂ ਹੁੰਦਾ ਕੌਣ ਹੈ? ਜੋ ਸਰਕਾਰ ਵੱਲੋਂ ਕੇਸ ਲੜਦਾ ਹੈ। ਜਿਵੇਂ ਆਪਾਂ ਦੇਖਣਾ ਹੈ, ਕਦੇ ਇੱਕ ਡਿਪਾਰਟਮੈਂਟ 'ਤੇ ਆਪਾਂ ਕੇਸ ਲਗਾ ਦਿੰਦੇ ਹਾਂ, ਕੋਈ ਪੇਪਰ ਵਾਸਤੇ ਕੇਸ ਲੱਗ ਜਾਂਦਾ ਹੈ, ਤਾਂ ਕੋਈ ਸਰਕਾਰ ਵੱਲੋਂ ਜਾਂ ਡਿਪਾਰਟਮੈਂਟ ਵੱਲੋਂ ਜਿਹੜਾ ਬੰਦਾ ਕੇਸ ਲੜਦਾ ਹੈ, ਉਹਨਾਂ ਦੇ ਜਿਹੜਾ ਹੈੱਡ ਹੁੰਦਾ ਉਹਨੂੰ ਐਡਵੋਕੇਟ ਜਨਰਲ ਕਿਹਾ ਜਾਂਦਾ ਹੈ। ਜਿਹੜਾ ਇੰਡੀਆ ਦੇ ਸੁਪਰੀਮ ਕੋਰਟ 'ਚ ਸਰਕਾਰ ਵੱਲੋਂ ਕੇਸ ਲੜਦਾ ਉਹਨੂੰ ਅਟੋਰਨੀ ਜਨਰਲ ਕਿਹਾ ਜਾਂਦਾ ਹੈ। ਤਾਂ ਇਹਦੀ ਨਿਯੁਕਤੀ ਕੌਣ ਕਰਦਾ? ਰਾਜਪਾਲ। ਇਸ ਕਰਕੇ ਇਹਦਾ ਆਨਸਰ ਵੀ ਆਏਗਾ ਰਾਜਪਾਲ, ਜੋ ਆਪਸ਼ਨ 'ਚ ਨਹੀਂ ਹੈ, ਤਾਂ ਇਹਦਾ ਆਨਸਰ ਆਏਗਾ ਰਾਜਪਾਲ, ਠੀਕ ਹੈ ਜੀ। ਇਹ ਜ਼ਰੂਰ ਵੈਰੀ ਇੰਪੋਰਟੈਂਟ ਕੁਐਸਚਨ ਹੈ, ਸਾਰੇ ਲਿਖ ਜ਼ਰੂਰ ਲਿਆ ਜੇ। ਰਾਜਪਾਲ, ਗਵਰਨਰ, ਠੀਕ ਹੈ ਜੀ। ਅਗਲਾ ਦੇਖਦੇ ਹਾਂ ਆਪਾਂ। ਸੰਵਿਧਾਨ ਦੇ ਕਿਹੜੇ ਭਾਗ ਵਿੱਚ ਮੌਲਿਕ ਅਧਿਕਾਰਾਂ ਦਾ ਜ਼ਿਕਰ ਕੀਤਾ ਹੋਇਆ ਹੈ? ਵੈਰੀ ਵੈਰੀ ਇੰਪੋਰਟੈਂਟ ਕੁਐਸਚਨ, ਬਹੁਤ ਵਾਰ ਪੇਪਰ 'ਚ ਆ ਚੁੱਕਿਆ ਹੈ। ਜੋ ਸੰਵਿਧਾਨ ਦੇ ਵਿੱਚ ਭਾਗ 3 'ਚ ਮੌਲਿਕ ਅਧਿਕਾਰਾਂ ਬਾਰੇ ਦਿੱਤਾ ਹੈ। ਮੌਲਿਕ ਅਧਿਕਾਰ ਕਿਹੜੇ ਭਾਗ 3 'ਚ 12 ਤੋਂ ਲੈ ਕੇ 35 ਨੰਬਰ ਆਰਟੀਕਲ ਤੱਕ ਨੇ, ਅਨੁਛੇਦ 35 ਤੱਕ, ਠੀਕ ਹੈ। ਭਾਗ 3 ਵਿੱਚ ਦਿੱਤਾ ਗਿਆ। ਵੈਰੀ ਵੈਰੀ ਇੰਪੋਰਟੈਂਟ ਕੁਐਸਚਨ। ਅਗਲਾ, ਰਾਜ ਸਰਕਾਰ ਦੀਆਂ ਸਾਰੀ ਕਾਰਵਾਈਆਂ ਕਿਸ ਦੇ ਨਾਮ 'ਤੇ ਕੀਤੀਆਂ ਜਾਂਦੀਆਂ? ਦੇਖੋ, ਅਗਰ ਰਾਜ ਸਰਕਾਰ ਦੀ ਗੱਲ ਹੈ ਤਾਂ ਜਿੰਨਾ ਵੀ ਕੰਮ ਹੈ ਉਹ ਰਾਜਪਾਲ ਦੇ ਨਾਮ 'ਤੇ ਕੀਤਾ ਜਾਂਦਾ ਹੈ। ਕਿਸ ਦੇ ਨਾਮ 'ਤੇ ਕੀਤਾ ਜਾਂਦਾ ਹੈ? ਰਾਜਪਾਲ ਦੇ ਨਾਮ 'ਤੇ ਕੀਤਾ ਜਾਂਦਾ ਹੈ, ਠੀਕ ਹੈ ਜੀ। ਅਗਲਾ ਕਰਦੇ ਹਾਂ। ਕਿਹੜਾ ਦੇਸ਼ ਤੋਂ ਮੌਲਿਕ ਅਧਿਕਾਰ ਲਏ ਗਏ ਨੇ? ਦੇਖੋ, ਆਪਾਂ ਹਰ ਇੱਕ ਚੀਜ਼ ਜਦੋਂ ਸੰਵਿਧਾਨ ਬਣਾਇਆ ਗਿਆ ਸੀ, ਕੁਛ ਨਾ ਕੁਛ ਕਿਸੇ ਤੋਂ ਲਿਆ ਗਿਆ ਸੀ। ਜਿਵੇਂ ਅਗਰ ਆਪਾਂ ਦੇਖੇ ਜਾਈਏ ਕਿ US ਉੱਥੋਂ ਆਪਾਂ ਕੀ ਲਿਆ? ਆਪਣੇ ਮੌਲਿਕ ਅਧਿਕਾਰ ਲਏ। DPSPs ਉਹ ਆਪਾਂ ਕਿੱਥੋਂ ਲਏ? ਆਪਾਂ ਆਇਰਲੈਂਡ ਤੋਂ ਲਏ ਨੇ। ਤਾਂ ਆਪਾਂ ਹਰ ਇੱਕ ਚੀਜ਼ ਕਿਸੇ ਨਾ ਕਿਸੇ ਤੋਂ ਲਈ ਹੋਈ ਹੈ। ਤਾਂ ਜਿਹੜੇ ਮੌਲਿਕ ਅਧਿਕਾਰ ਨੇ ਉਹ ਆਪਾਂ ਕਿੱਥੋਂ ਲਏ ਨੇ? ਉਹ ਆਪਾਂ USA ਅਮਰੀਕਾ ਤੋਂ ਲਏ ਹੋਏ ਨੇ, ਠੀਕ ਹੈ ਜੀ। ਇਹ ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਹੈ। ਅਗਲਾ, ਭਾਰਤ ਸੰਵਿਧਾਨ ਵਿੱਚ ਜੋ ਮੌਲਿਕ ਅਧਿਕਾਰ ਹਨ
ਉਹ ਸੰਵਿਧਾਨ ਦੇ ਕਿਹੜੇ ਅਨੁਛੇਦ ਦੀ ਸ਼੍ਰੇਣੀ ਵਿੱਚ ਆਉਂਦੇ? ਮੈਂ ਤੁਹਾਨੂੰ ਹੁਣੇ ਦੱਸਿਆ ਸੀ ਕਿ ਉਹ ਭਾਗ 3 ਵਿੱਚ ਆਉਂਦੇ ਨੇ। ਭਾਗ 3 ਹੈ ਆਰਟੀਕਲ ਨੰਬਰ 12 ਤੋਂ ਲੈ ਕੇ ਆਰਟੀਕਲ ਨੰਬਰ 35 ਤੱਕ। ਪਰ ਅਗਰ ਉਹ ਪੁੱਛਣ ਕਿ ਮੌਲਿਕ ਅਧਿਕਾਰ ਕਿਸ ਆਰਟੀਕਲ ਤੋਂ ਲੈ ਕੇ ਕਿਸ ਆਰਟੀਕਲ ਤੱਕ ਨੇ ਜਾਂ ਕਿਸ ਅਨੁਛੇਦ ਤੋਂ, ਤਾਂ 14 ਤੋਂ ਲੈ ਕੇ 32 ਤੱਕ। ਠੀਕ ਹੈ ਜੀ, ਜਿਹਦੇ 'ਚ 32 ਨੰਬਰ ਆਰਟੀਕਲ ਬਹੁਤ ਇੰਪੋਰਟੈਂਟ ਹੈ, ਪੇਪਰ 'ਚ ਅੱਗੇ ਕੁਐਸਚਨ ਆਏਗਾ, ਪੜਾਂਗੇ ਆਪਾਂ ਉਸ ਬਾਰੇ। ਤਾਂ ਅਗਰ ਮੌਲਿਕ ਅਧਿਕਾਰ ਪੁੱਛਣ ਤਾਂ 14 ਤੋਂ ਲੈ ਕੇ 32 ਤੱਕ ਗਿਵਨ ਨੇ। ਅਗਰ ਪੁੱਛਣ ਮੌਲਿਕ ਅਧਿਕਾਰ ਕਿਸ ਮਤਲਬ ਸ਼੍ਰੇਣੀ ਤੋਂ ਸ਼ੁਰੂ ਹੋ ਜਾਂਦੇ, ਮਤਲਬ ਜਿਨ੍ਹਾਂ ਬਾਰੇ ਗੱਲ ਕਰਨੀ ਸ਼ੁਰੂ ਹੁੰਦੀ ਆਰਟੀਕਲ 12 ਤੋਂ ਸ਼ੁਰੂ ਹੋ ਜਾਂਦੀ ਹੈ, ਤੇ ਮੌਲਿਕ ਅਧਿਕਾਰ ਪਹਿਲਾਂ ਕਿਸ ਆਰਟੀਕਲ 'ਤੇ ਆਏਗਾ? ਆਰਟੀਕਲ ਨੰਬਰ 14 'ਤੇ। ਠੀਕ ਹੈ, ਇਕੁਐਲਿਟੀ ਬਿਫੋਰ ਲਾਅ, ਜਿਹਨੂੰ ਆਪਾਂ ਕਹਿੰਦੇ ਹਾਂ ਕਾਨੂੰਨ ਸਾਹਮਣੇ ਸਮਾਨਤਾ। ਅੱਗੇ ਕਰਦੇ ਹਾਂ ਆਪਾਂ, ਮੌਲਿਕ ਕਰਤੱਵ ਨੂੰ ਸੰਵਿਧਾਨ ਦੀ ਕਿਹੜੀ ਸੋਧ ਵਿੱਚ ਜੋੜਿਆ ਗਿਆ? ਜਿਹੜੇ ਆਪਣੇ ਮੌਲਿਕ ਕਰਤੱਵ ਨੇ ਉਹ ਕਿਹੜੀ ਸੋਧ ਵਿੱਚ ਜੋੜੇ ਗਏ ਨੇ? ਹੁਣ ਮੌਲਿਕ ਕਰਤੱਵ ਇਹ ਜਦੋਂ ਜੋੜੇ ਗਏ ਸੀ 40ਵੀਂ ਸੋਧ 'ਚ, 41ਵੀਂ ਸੋਧ 'ਚ, 42ਵੀਂ ਸੋਧ ਕੇ 44ਵੀਂ ਸੋਧ 'ਚ, ਤੇ ਇਹ ਜੋੜੇ ਗਏ ਸੀ ਆਪਣੀ 42ਵੀਂ ਸੋਧ 'ਚ। ਕਿਸ ਸੋਧ 'ਚ? 42ਵੀਂ ਸੋਧ 'ਚ ਜੋੜੇ ਗਏ ਸੀ। ਠੀਕ ਹੈ ਜੀ, ਦੁਬਾਰਾ ਕਰਦੇ ਹਾਂ, 42ਵੀਂ ਸੋਧ 'ਚ ਐਡ ਕੀਤਾ ਗਿਆ ਸੀ। ਕਿੰਨੇ ਮੌਲਿਕ ਕਰਤੱਵ ਐਡ ਕੀਤੇ ਗਏ ਸੀ? 10 ਮੌਲਿਕ ਕਰਤੱਵ। ਉਸ ਤੋਂ ਬਾਅਦ ਇੱਕ ਹੋਰ ਆਇਆ ਜਿਹੜਾ ਕਿਦੋਂ ਐਡ ਕੀਤਾ ਗਿਆ? 86th ਅਮੈਂਡਮੈਂਟ, 86ਵੀਂ ਸੋਧ ਸਨ 2002 ਵਿੱਚ। ਠੀਕ ਹੈ ਜੀ, ਅਗਰ ਪੁੱਛਿਆ ਜਾਵੇ ਜਿਹਦੇ 'ਚ ਆਪਾਂ ਨੂੰ ਆਇਆ ਸੀ ਕਿ ਹਰ ਪੇਰੈਂਟਸ ਨੂੰ ਆਪਣੇ ਬੱਚਿਆਂ ਨੂੰ ਸਕੂਲ ਭੇਜਣਾ ਚਾਹੀਦਾ ਹੈ ਕਿਉਂਕਿ ਸਰਕਾਰ ਵੱਲੋਂ ਫ੍ਰੀ ਐਜੂਕੇਸ਼ਨ ਦਿੱਤੀ ਜਾ ਰਹੀ ਹੈ, ਤਾਂ ਇਹ ਵੀ ਕਰਤੱਵ ਐਡ ਕੀਤਾ ਗਿਆ ਸੀ। ਇਹ ਆਪਣਾ 11ਵਾਂ ਕਰਤੱਵ ਸੀ ਜਦੋਂ 86ਵੀਂ ਸੋਧ 2002 'ਚ ਐਡ ਕੀਤਾ ਗਿਆ। ਅਗਲਾ, ਮੌਲਿਕ ਕਰਤੱਵ ਹੇਠ ਲਿਖਿਆਂ ਵਿੱਚੋਂ ਕਿਹੜੇ ਭਾਗ ਵਿੱਚ ਜੋੜੇ ਗਏ? ਜਿਹੜੇ ਮੌਲਿਕ ਕਰਤੱਵ ਨੇ ਉਹ ਕਿਹਦੇ 'ਚ ਆਉਂਦੇ ਨੇ? ਉਹ ਆਉਂਦੇ ਨੇ ਭਾਗ 4A ਵਿੱਚ ਆਉਂਦੇ ਨੇ। ਠੀਕ ਹੈ ਜੀ, ਵੈਰੀ ਵੈਰੀ ਇੰਪੋਰਟੈਂਟ। ਅਗਲਾ, ਹੇਠ ਲਿਖਿਆਂ ਵਿੱਚੋਂ ਕਿਹੜੇ ਅਨੁਛੇਦ ਵਿੱਚ ਮੌਲਿਕ ਕਰਤੱਵ ਮਿਲਦੇ ਹਨ? ਸੌਰੀ, ਇਹ ਕੁਐਸਚਨ ਥੋੜ੍ਹਾ ਗਲਤ ਹੈ। ਠੀਕ ਹੈ, ਇਹ ਆਪਾਂ ਬਾਅਦ 'ਚੋਂ ਕਰਾਂਗੇ, ਕੁਝ ਟਾਈਪਿੰਗ ਮਿਸਟੇਕ ਹੈ। ਅਗਲਾ ਕਰਦੇ ਹਾਂ, ਕਿਹੜੇ ਸੰਵਿਧਾਨਿਕ ਸੋਧ ਅਨੁਸਾਰ ਸੰਪत्ति ਦਾ ਅਧਿਕਾਰ ਭਾਰਤੀ ਸੰਵਿਧਾਨ ਵਿੱਚੋਂ ਖਤਮ ਕਰ ਦਿੱਤਾ ਗਿਆ ਸੀ? ਜਿਹੜਾ ਆਪਣਾ ਸੰਪत्ति ਦਾ ਅਧਿਕਾਰ ਹੈ ਉਹ ਹੁਣ ਪਹਿਲਾਂ ਮੌਲਿਕ ਅਧਿਕਾਰ ਸੀ, ਫਿਰ ਕਾਨੂੰਨੀ ਅਧਿਕਾਰ ਬਣ ਗਿਆ। ਇਹ ਆਰਟੀਕਲ ਨੰਬਰ 31 'ਚ ਦਿੱਤਾ ਸੀ। ਇਹ ਕਿਹੜੀ ਸੋਧ ਰਾਹੀਂ ਆਪਣੇ ਤੋਂ ਲੈ ਲਿਆ ਗਿਆ ਜਾਂ ਬਦਲ ਦਿੱਤਾ ਗਿਆ? ਇਹ 44ਵੀਂ ਸੋਧ 1978 'ਚ। ਠੀਕ ਹੈ ਜੀ, ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਹੈ। ਅਗਲਾ, ਹੇਠ ਲਿਖਿਆਂ ਵਿੱਚੋਂ ਕਿਹੜਾ ਅਨੁਛੇਦ ਵਿੱਚ ਮੌਲਿਕ ਕਰਤੱਵ ਮਿਲਦੇ ਹਨ? ਕਿਹੜੇ ਅਨੁਛੇਦ ਵਿੱਚ ਮੌਲਿਕ ਕਰਤੱਵ? ਦੇਖੋ, ਮੌਲਿਕ ਅਧਿਕਾਰ ਆਉਂਦਾ ਤਾਂ 12 ਤੋਂ 35 ਸੀ, ਮੌਲਿਕ ਕਰਤੱਵ ਆਇਆ ਤਾਂ ਆਨਸਰ ਹੈ 52A। ਅਨੁਛੇਦ 51 ਨੇ, ਆਰਟੀਕਲ ਨੰਬਰ 51A ਵਿੱਚ ਦਿੱਤੇ ਹੋਏ ਨੇ। ਅਗਲਾ, ਕਿਹੜਾ ਅਨੁਛੇਦ ਧਾਰਮਿਕ ਆਜ਼ਾਦੀ ਲਈ ਰਾਖਵਾਂ ਹੈ? ਕਿ ਕਿਹੜਾ ਅਨੁਛੇਦ ਜਿਹੜਾ ਆਪਾਂ ਨੂੰ ਧਾਰਮਿਕ ਆਜ਼ਾਦੀ ਦਿੰਦਾ ਹੈ? ਉਹ ਹੈ ਆਰਟੀਕਲ ਨੰਬਰ 25 ਤੋਂ 28, ਜਿਹਦੇ 'ਚ ਕਈ ਵਾਰ ਸਵਾਲ ਆਉਂਦਾ ਹੈ ਕਿ ਸਿੱਖਾਂ ਨੂੰ ਕਿਰਪਾਨ ਪਾਉਣ ਦਾ ਅਧਿਕਾਰ ਕਿਸ ਅਨੁਛੇਦ ਰਾਹੀਂ ਆਉਂਦਾ ਹੈ? ਤਾਂ ਆਰਟੀਕਲ ਨੰਬਰ 25। ਜਿਹੜਾ ਆਪਣਾ ਮੌਲਿਕ ਅਧਿਕਾਰ ਹੈ ਧਾਰਮਿਕ ਆਜ਼ਾਦੀ ਵਾਲਾ, ਉਹ ਆਰਟੀਕਲ ਨੰਬਰ 25 ਤੋਂ ਲੈ ਕੇ 28 ਤੱਕ ਦਿੱਤਾ ਹੋਇਆ ਜੀ। ਅਗਲਾ, ਹੇਠ ਲਿਖਿਆਂ ਵਿੱਚੋਂ ਕਿਸ ਕਮੇਟੀ ਨੇ ਸੰਵਿਧਾਨ ਵਿੱਚ ਮੌਲਿਕ ਕਰਤੱਵ ਜੋੜਨ ਦਾ ਸੁਝਾਅ ਦਿੱਤਾ? ਥੋੜੀ ਟਾਈਪਿੰਗ ਮਿਸਟੇਕ ਹੈ ਜੀ। ਤਾਂ ਜਿਹੜਾ ਜੋੜਨ ਦਾ ਸੁਝਾਅ ਦਿੱਤਾ ਉਹ ਆਪਾਂ ਨੂੰ ਸਵਰਨ ਸਿੰਘ ਕਮੇਟੀ ਨੇ ਦਿੱਤਾ ਸੀ। ਇਹ ਬਹੁਤ ਇੰਪੋਰਟੈਂਟ ਕੁਐਸਚਨ ਹੈ ਕਿ ਕਿਸ ਕਮੇਟੀ ਨੇ ਮੌਲਿਕ ਕਰਤੱਵ ਜੋੜਨ ਦਾ ਆਪਾਂ ਨੂੰ ਸੁਝਾਅ ਦਿੱਤਾ ਸੀ? ਉਹ ਸੀ ਸਵਰਨ ਸਿੰਘ ਕਮੇਟੀ। ਅਨੁਛੇਦ 19 ਦੁਆਰਾ ਕਿੰਨੀਆਂ ਤਰ੍ਹਾਂ ਦੀ ਸੁਤੰਤਰਤਾ ਦਿੱਤੀ ਜਾਂਦੀ ਹੈ? ਆਪਾਂ ਨੂੰ ਰਾਈਟ ਟੂ ਫਰੀडम ਹੈ, ਉਹ ਆਰਟੀਕਲ ਨੰਬਰ 19 ਤੋਂ ਲੈ ਕੇ 22 ਤੱਕ ਹੈ, ਪਰ ਅਨੁਛੇਦ 19 'ਚ ਆਪਾਂ ਨੂੰ 6 ਤਰ੍ਹਾਂ ਦੀ ਸੁਤੰਤਰਤਾ ਦਿੱਤੀ ਗਈ ਹੈ। ਠੀਕ ਹੈ, ਇੱਥੇ ਪੁੱਛਿਆ ਕਿੰਨੇ ਤਰ੍ਹਾਂ ਦੀ ਸੁਤੰਤਰਤਾ ਹੈ? 6 ਤਰ੍ਹਾਂ ਦੀ। ਸੰਗਠਨ ਬਣਾਉਣ ਦੀ, ਹਥਿਆਰਾਂ ਤੋਂ ਬਿਨਾਂ ਇਕੱਠ ਕਰਨ ਦੀ, ਪੂਰੇ ਦੇਸ਼ 'ਚ ਘੁੰਮਣ ਫਿਰਨ ਦੀ, ਕੋਈ ਵੀ ਜਗ੍ਹਾ ਘਰ ਬਣਾਉਣ ਦੀ, ਕੋਈ ਵੀ ਕਾਰੋਬਾਰ ਕਰਨ ਦੀ ਆਜ਼ਾਦੀ, ਇਹ ਸਾਰੀਆਂ ਇਸ ਵਿੱਚ ਆਉਂਦੀਆਂ ਨੇ। ਅਗਲਾ, ਵੋਟ ਪਾਉਣ ਦੇ ਅਧਿਕਾਰ ਨੂੰ ਹੇਠ ਲਿਖਿਆਂ ਵਿੱਚੋਂ ਕਿਹੜਾ ਅਧਿਕਾਰ ਵਿੱਚ ਰੱਖਿਆ ਗਿਆ ਹੈ? ਤਾਂ ਵੋਟ ਪਾਉਣ ਦਾ ਅਧਿਕਾਰ ਆਪਣਾ ਕਾਨੂੰਨੀ ਅਧਿਕਾਰ ਹੈ। ਠੀਕ ਹੈ ਜੀ, ਇਹ ਆਪਣਾ ਕਾਨੂੰਨੀ ਅਧਿਕਾਰ ਮੰਨਿਆ ਗਿਆ ਹੈ। ਅਗਲਾ ਕੁਐਸਚਨ, ਸੁਪਰੀਮ ਕੋਰਟ ਨੇ ਸਿੱਖਿਆ ਸੰਬੰਧੀ ਮੁਫਤ ਸਿੱਖਿਆ ਦਾ ਅਧਿਕਾਰ ਦਿੱਤਾ ਜੋ ਕਿ ਹੇਠ ਦਿੱਤੇ ਅਧਿਕਾਰਾਂ ਦਾ ਇੱਕ ਹਿੱਸਾ ਹੈ। ਦੇਖੋ, ਜਿਹੜਾ ਆਪਣਾ ਮੈਂ ਤੁਹਾਨੂੰ ਹੁਣੇ ਦੱਸਿਆ ਸੀ ਰਾਈਟ ਟੂ ਫਰੀडम ਅਨੁਛੇਦ ਨੰਬਰ 19 ਤੋਂ ਸ਼ੁਰੂ ਹੁੰਦਾ ਹੈ, 19 ਤੋਂ ਲੈ ਕੇ 22 ਤੱਕ, ਉਹ ਆਪਣਾ ਜੀਵਨ ਦਾ ਅਧਿਕਾਰ ਹੈ। ਅਤੇ 21A ਆਰਟੀਕਲ 'ਚ ਸੁਪਰੀਮ ਕੋਰਟ ਨੇ ਮੁਫਤ ਸਿੱਖਿਆ ਬਾਰੇ ਦਿੱਤਾ। ਅਤੇ ਜਿਹੜਾ ਆਪਣਾ ਜੀਵਨ ਦਾ ਅਧਿਕਾਰ ਹੈ ਉਹ ਕਿੱਥੋਂ ਲੈ ਕੇ ਤੱਕ ਹੈ? ਉਹ ਹੈ 19 ਤੋਂ ਲੈ ਕੇ 22 ਤੱਕ, 19 ਤੋਂ ਲੈ ਕੇ 22 ਤੱਕ। ਅਤੇ ਜਿਹੜਾ ਰਾਈਟ ਟੂ ਐਜੂਕੇਸ਼ਨ ਕਿਹਦੇ 'ਚ ਆਏਗਾ? ਉਹ ਹੈਗਾ ਆਰਟੀਕਲ ਨੰਬਰ 21। ਇਹਦਾ ਮਤਲਬ ਇਹਦਾ ਆਨਸਰ ਆਏਗਾ ਜੀਵਨ ਦਾ ਅਧਿਕਾਰ। ਜਿਹੜਾ ਰਾਈਟ ਟੂ ਫਰੀडम ਹੈ ਉਹਨੂੰ ਜੀਵਨ ਦਾ ਅਧਿਕਾਰ ਕਿਹਾ ਜਾਂਦਾ। ਠੀਕ ਹੈ ਜੀ। ਅਗਲਾ, ਸੰਵਿਧਾਨ ਦਾ ਕਿਹੜਾ ਅਨੁਛੇਦ ਜਨਤਕ ਰੋਜ਼ਗਾਰ ਦੇ ਮੌਕਿਆਂ 'ਤੇ ਬਰਾਬਰੀ ਪ੍ਰਦਾਨ ਕਰਦਾ ਹੈ? ਇਹਨੂੰ ਕਹਿੰਦੇ ਨੇ ਰਾਈਟ ਟੂ ਓਪਰਚੁਨਿਟੀ। ਠੀਕ ਹੈ,
ਰਾਈਟ ਟੂ ਓਪਰਚੁਨਿਟੀ ਆਪਾਂ ਨੂੰ ਮਿਲਦਾ ਅਨੁਛੇਦ ਨੰਬਰ 16 'ਚ, ਤਾਂ ਕਿ ਸਾਰਿਆਂ ਨੂੰ ਬਰਾਬਰ ਮੌਕੇ ਮਿਲਣ ਰੋਜ਼ਗਾਰ ਦੇ। ਜਦੋਂ ਆਪਾਂ ਅਪਲਾਈ ਕਰਦੇ ਹਾਂ ਜਾਂ ਜੋਬ ਲੈਣ ਜਾਂਦੇ ਹਾਂ ਤਾਂ ਸਾਰਿਆਂ ਨੂੰ ਬਰਾਬਰ ਮੌਕਾ ਦਿੱਤਾ ਜਾਂਦਾ ਸਰਕਾਰ ਵੱਲੋਂ। ਉਹ ਕਿਸ 'ਚ ਦਿੱਤਾ? ਅਨੁਛੇਦ 16 'ਚ ਦਿੱਤਾ ਹੈ। ਅਗਲਾ, ਕਿਹੜੇ ਦਿਨ ਤੇ ਸੰਯੁਕਤ ਰਾਸ਼ਟਰ ਮਹਾਸਭਾ ਨੇ ਮਨੁੱਖੀ ਅਧਿਕਾਰ ਬਾਰੇ ਇਸ ਦੀ ਸਰਵ ਵਿਆਪਕਤਾ ਦੀ ਪੁਸ਼ਟੀ ਕੀਤੀ ਸੀ? ਆਪਾਂ ਮਨੁੱਖੀ ਅਧਿਕਾਰ ਦਿਵਸ ਵੈਸੇ ਕਦੋਂ ਮਨਾਉਂਦੇ ਹਾਂ? 10 ਦਸੰਬਰ ਨੂੰ। ਤਾਂ ਅਗਰ ਤੁਹਾਨੂੰ ਨਹੀਂ ਵੀ ਆਉਂਦਾ ਫਿਰ ਵੀ ਪਤਾ ਹੋਣਾ ਚਾਹੀਦਾ ਜੇ 10 ਦਸੰਬਰ ਕਦੋਂ ਹੈ, ਸੈਕਿੰਡ ਆਪਸ਼ਨ 'ਚ ਹੈ। ਤਾਂ ਪਹਿਲੀ ਵਾਰੀ ਸਰਵ ਵਿਆਪਕਤਾ ਇਹਨੂੰ ਸੰਯੁਕਤ ਰਾਸ਼ਟਰ ਨੇ ਕਦੋਂ ਦਿੱਤੀ ਸੀ? ਉਹ ਸੀ 1948 10 ਦਸੰਬਰ 'ਚ। ਠੀਕ ਹੈ ਜੀ। ਅਗਲਾ, ਹੇਠ ਲਿਖਿਆਂ ਵਿੱਚੋਂ ਕਿਹੜਾ ਅਨੁਛੇਦ ਕਾਨੂੰਨ ਦੇ ਸਾਹਮਣੇ ਸਮਾਨਤਾ ਅਤੇ ਭਾਰਤ ਦੇ ਖੇਤਰ ਵਿੱਚ ਰੱਖਿਆ ਦੀ ਗਾਰੰਟੀ ਪ੍ਰਦਾਨ ਕਰਦਾ ਹੈ? ਠੀਕ ਹੈ, ਕਾਨੂੰਨ ਸਾਹਮਣੇ ਸਮਾਨਤਾ ਮੈਂ ਥੋੜ੍ਹੀ ਦੇਰ ਪਹਿਲਾਂ ਹੀ ਬੋਲਿਆ ਸੀ ਕਿ ਆਪਣੇ ਜਿਹੜਾ ਪਹਿਲਾ ਮੌਲਿਕ ਅਧਿਕਾਰ ਹੈ ਸ਼ੁਰੂ ਕੀਤਾ ਹੁੰਦਾ ਇਕੁਐਲਿਟੀ ਬਿਫੋਰ ਲੋ, ਮਤਲਬ ਕਾਨੂੰਨ ਸਾਹਮਣੇ ਸਮਾਨਤਾ ਹੋਏ, ਅਨੁਛੇਦ ਨੰਬਰ 14। ਠੀਕ ਹੈ ਜੀ। ਅਗਲਾ, ਸੰਵਿਧਾਨ ਦੀ ਕਿਹੜੀ ਸੋਧ ਅਨੁਸਾਰ ਇੱਕ ਨਵਾਂ ਅਨੁਛੇਦ 21A ਸੰਵਿਧਾਨ ਵਿੱਚ ਜੋੜਿਆ ਗਿਆ? ਥੋੜ੍ਹੀ ਦੇਰ ਪਹਿਲਾਂ ਮੈਂ ਤੁਹਾਨੂੰ ਦੱਸਿਆ ਸੀ ਕਿ ਆਪਾਂ ਨੂੰ 10 ਮੌਲਿਕ ਕਰਤੱਵ ਸੀ, ਆਪਣਾ 11ਵਾਂ ਮੌਲਿਕ ਕਰਤੱਵ ਆਇਆ 86ਵੀਂ ਸੋਧ ਦੁਆਰਾ, ਜਿਹਦੇ 'ਚ ਬੱਚਿਆਂ ਦੇ ਪੇਰੈਂਟਸ ਨੂੰ ਇਹ ਕਿਹਾ ਗਿਆ ਕਿ ਤੁਸੀਂ ਬੱਚਿਆਂ ਨੂੰ ਸਕੂਲ ਭੇਜੋ ਕਿਉਂਕਿ ਸਰਕਾਰ ਵੱਲੋਂ ਫ੍ਰੀ ਐਜੂਕੇਸ਼ਨ ਦਿੱਤੀ ਗਈ ਹੈ। ਤਾਂ ਉਹ ਕਿਹੜੀ ਸੋਧ ਸੀ? ਉਹ ਸੀ 86ਵੀਂ ਸੋਧ 86। ਇਹ ਹੋਈ ਕਦੋਂ? 2002 ਵਿੱਚ, ਸਨ 2002। ਅਤੇ ਇਹ ਇੰਪਲੀਮੈਂਟ ਕਦੋਂ ਸੀ, ਮਤਲਬ ਕਦੋਂ ਲਾਗੂ ਕੀਤਾ ਗਿਆ ਸੀ? ਤਾਂ ਇਹ ਕੀਤਾ ਗਿਆ ਸੀ ਅਪ੍ਰੈਲ 2010 ਤੋਂ ਲਾਗੂ ਕੀਤਾ ਗਿਆ ਸੀ। ਠੀਕ ਹੈ, 1 ਅਪ੍ਰੈਲ 2010 ਤੋਂ। ਭਾਰਤ ਸੰਵਿਧਾਨ ਦਾ ਕਿਹੜਾ ਅਨੁਛੇਦ ਸੰਵਿਧਾਨਿਕ ਉਪਚਾਰਾਂ ਦਾ ਅਧਿਕਾਰ ਪ੍ਰਦਾਨ ਕਰਦਾ ਹੈ ਅਤੇ ਜੋ ਕਿ ਕਿਸੇ ਵੀ ਭਾਰਤੀ ਨਾਗਰਿਕ ਨੂੰ ਕਿਸੇ ਵੀ ਵਿਰੁੱਧ ਆਪਣੇ ਹੱਕਾਂ ਲਈ ਖੜੇ ਹੋਣ ਦਾ ਅਧਿਕਾਰ ਦਿੰਦਾ ਹੈ? ਦੇਖੋ, ਅਨੁਛੇਦ ਨੰਬਰ 32 ਜਿਹਦੇ 'ਚ ਸੰਵਿਧਾਨਿਕ ਉਪਚਾਰਾਂ ਬਾਰੇ ਦਿੱਤਾ ਵੀ ਅਗਰ ਕੋਈ ਇਹੋ ਜਿਹਾ ਕਾਨੂੰਨ ਬਣੇ ਜਿਹੜਾ ਜਾਂ ਕੋਈ ਇਨਸਾਨ ਜਾਂ ਕੋਈ ਆਰਗੇਨਾਈਜੇਸ਼ਨ ਆਪਣੇ ਮੌਲਿਕ ਅਧਿਕਾਰਾਂ ਦੀ ਉਲੰਘਣਾ ਕਰੇ ਤਾਂ ਆਪਾਂ ਉਸ ਦੇ ਅਗੇਂਸਟ ਸਿੱਧਾ ਹਾਈ ਕੋਰਟ ਜਾਂ ਸੁਪਰੀਮ ਕੋਰਟ 'ਚ ਅਪੀਲ ਕਰ ਸਕਦੇ ਹਾਂ। ਇੱਕ ਇਸ ਅਨੁਛੇਦ ਦਿੱਤਾ ਅਨੁਛੇਦ 32, ਵੈਰੀ ਇੰਪੋਰਟੈਂਟ, ਬਹੁਤ ਵਾਰ ਪੇਪਰ 'ਚ ਕੁਐਸਚਨ ਆ ਚੁੱਕੇ ਇਸ ਬਾਰੇ। ਅਗਲਾ, ਡਾਕਟਰ BR ਅੰਬੇਦਕਰ ਅਨੁਸਾਰ ਸੰਵਿਧਾਨ ਦੇ ਕਿਹੜੇ ਅਨੁਛੇਦ ਨੂੰ ਦਿਲ ਅਤੇ ਆਤਮਾ ਦੇ ਤੌਰ 'ਤੇ ਜਾਣਿਆ ਜਾਂਦਾ ਹੈ? ਇਹ ਸੰਵਿਧਾਨ ਦਾ ਦਿਲ ਕਹਿ ਲਓ, ਸੰਵਿਧਾਨ ਦੀ ਆਤਮਾ ਕਹਿ ਲਓ। ਮੈਂ ਹੁਣੇ ਦੱਸਿਆ ਜਿਹੜਾ ਪਹਿਲਾਂ ਗੱਲ ਕੀਤੀ ਸੀ ਅਨੁਛੇਦ 32, ਇਹਨੂੰ ਸੰਵਿਧਾਨ ਦੀ ਆਤਮਾ ਕਿਹਾ ਜਾਂਦਾ ਹੈ ਬਿਕੋਜ਼ ਇਹ ਆਪਣੇ ਮੌਲਿਕ ਅਧਿਕਾਰਾਂ ਨੂੰ ਬਚਾ ਕੇ ਰੱਖਦਾ ਹੈ। ਠੀਕ ਹੈ ਜੀ, ਜਿਹਦੇ 'ਚ ਜੀਵਨ ਦਾ ਅਧਿਕਾਰ ਵੀ ਹੈ, ਤਾਂ ਇਹ ਆਪਾਂ ਨੂੰ ਬਚਾ ਕੇ ਰੱਖਦਾ ਹੈ। ਰਾਜਪਾਲ ਨੂੰ ਅਹੁਦੇ ਦੀ ਸਹੁੰ ਕੌਣ ਦਿਵਾਉਂਦਾ ਹੈ? ਰਾਜਪਾਲ ਨੂੰ ਅਹੁਦੇ ਦੀ ਸਹੁੰ ਕੌਣ ਦਿਵਾਉਂਦਾ ਹੈ? ਦੇਖੋ, ਇਹ ਵੈਰੀ ਇੰਪੋਰਟੈਂਟ ਕੁਐਸਚਨ ਹੈ। ਜਿਹੜਾ ਰਾਜਪਾਲ ਹੈ ਉਹਦੀ ਨਿਯੁਕਤੀ ਕੌਣ ਕਰਦਾ? ਰਾਸ਼ਟਰਪਤੀ। ਤਾਂ ਅਕਸਰ ਆਪਾਂ ਵੇਖਣਾ ਜੋ ਨਿਯੁਕਤੀ ਕਰਦਾ ਉਹਦੇ ਸਾਹਮਣੇ ਸਹੁੰ ਖਾਧੀ ਜਾਂਦੀ, ਬਟ ਰਾਜਪਾਲ ਦੇ ਕੇਸ 'ਚ ਐਵੇਂ ਨਹੀਂ ਹੁੰਦਾ। ਮੋਸਟਲੀ ਲੋਕਾਂ ਦਾ ਆਨਸਰ ਲਿਖਿਆ ਆਉਣਾ ਸੀ ਭਾਰਤ ਦੇ ਰਾਸ਼ਟਰਪਤੀ, ਪਰ ਇਸ ਦਾ ਆਨਸਰ ਹੈ ਸੰਬੰਧਿਤ ਰਾਜਾਂ ਦੇ ਉੱਚ ਅਦਾਲਤ ਦੇ ਮੁੱਖ ਜੱਜ। ਜਿਹੜਾ ਵੀ ਮੰਨ ਲਓ ਪੰਜਾਬ ਦਾ ਅਗਰ ਨਵਾਂ ਗਵਰਨਰ ਹੁਣ ਬਣਿਆ ਥੋੜ੍ਹੇ ਦਿਨ ਪਹਿਲਾਂ, ਤਾਂ ਅਗਰ ਉਹਨੇ ਕਸਮ ਖਾਧੀ ਹੋਏਗੀ ਤਾਂ ਕਿਸ ਸਾਹਮਣੇ ਖਾਧੀ ਹੋਏਗੀ? ਜੋ ਪੰਜਾਬ ਦੇ ਹਾਈ ਕੋਰਟ ਦੇ ਜੱਜ ਨੇ, ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਜੱਜ ਦੇ ਸਾਹਮਣੇ ਖਾਧੀ ਹੋਏਗੀ। ਠੀਕ ਹੈ ਜੀ। ਅਗਲਾ, ਯਾਦ ਰੱਖਣਾ ਗਲਤੀ ਹੁੰਦੀ, ਬੜੇ ਵਾਰੀ ਲੋਕ ਰਾਸ਼ਟਰਪਤੀ ਲਾ ਕੇ ਆਉਂਦੇ, ਪਰ ਇਹਦਾ ਆਨਸਰ ਕੀ ਆਉਣਾ ਸੀ? ਮੁੱਖ ਜੱਜ ਉਸੇ ਸਟੇਟ ਦੀ ਹਾਈ ਕੋਰਟ ਦਾ। ਠੀਕ ਹੈ ਜੀ। ਇਹ ਥੋੜੀ ਟਾਈਪਿੰਗ ਮਿਸਟੇਕ। ਭਾਰਤੀ ਸੰਵਿਧਾਨ ਦੀ ਕਿਹੜੀ ਸੋਧ ਅਨੁਸਾਰ ਇੱਕ ਰਾਜਪਾਲ ਇੱਕ ਸਮੇਂ 'ਤੇ ਇੱਕ ਤੋਂ ਵੱਧ ਰਾਜਾਂ ਲਈ ਕੰਮ ਕਰ ਸਕਦਾ ਹੈ? ਠੀਕ ਹੈ ਜੀ। ਇਹ ਵੈਰੀ ਇੰਪੋਰਟੈਂਟ ਕੁਐਸਚਨ ਹੈ, ਬੜਾ ਬਹੁਤ ਵਾਰ ਨਹੀਂ ਪੜ੍ਹਦੇ ਲੋਕ, ਮਿਸ ਕਰ ਜਾਂਦੇ। ਇਹਦਾ ਆਨਸਰ ਹੈ 7ਵੀਂ ਸੋਧ, 7th ਅਮੈਂਡਮੈਂਟ। ਠੀਕ ਹੈ, 7th ਅਮੈਂਡਮੈਂਟ 'ਚ ਇਹ ਕਿਹਾ ਗਿਆ ਕਿ ਇੱਕ ਜਿਹੜਾ ਰਾਜਪਾਲ ਹੈ ਉਹ 2 ਰਾਜਾਂ ਵਾਸਤੇ ਹੋ ਸਕਦਾ ਹੈ। ਠੀਕ ਹੈ ਜੀ। ਅਗਲਾ, ਰਾਜ ਦੇ ਖਾਤਿਆਂ ਨਾਲ ਸੰਬੰਧਿਤ ਨਿਯੰਤਰਕ ਅਤੇ ਆਡੀਟਰ ਜਨਰਲ ਦੀਆਂ ਰਿਪੋਰਟਾਂ ਲਿਖਿਆਂ ਵਿੱਚੋਂ ਕਿਸ ਨੂੰ ਸੌਂਪੀਆਂ ਜਾਂਦੀਆਂ? ਅੱਛਾ, ਵੀ ਇਹ ਕਹਿ ਰਹੇ ਨੇ, ਥੋੜੀ ਟਾਈਪਿੰਗ ਮਿਸਟੇਕ ਸੀ, ਮੈਨੂੰ ਵੀ ਸਮਝ ਨਹੀਂ ਆਇਆ ਕਿ ਜਿਹੜੇ ਆਪਣੇ ਆਡੀਟਰ ਜਨਰਲ ਨੇ ਇਹ ਆਪਣੀ ਰਿਪੋਰਟ ਕਿਹਨੂੰ ਸਬਮਿਟ ਕਰਦੇ ਨੇ? ਠੀਕ ਹੈ, ਤਾਂ ਇਹ ਕਿਸੇ ਜਵਾਬਦੇਹੀ ਨੇ? ਇਹ ਰਾਜਪਾਲ ਨੂੰ ਜਵਾਬਦੇਹੀ ਨੇ। ਠੀਕ ਹੈ ਜੀ। ਅਗਲੇ, ਕਿਸੇ ਵੀ ਰਾਜ ਦਾ ਰਾਜਪਾਲ ਬਣਨ ਲਈ ਕਿੰਨੀ ਉਮਰ ਚਾਹੀਦੀ? ਮੈਂ ਤੁਹਾਨੂੰ ਥੋੜ੍ਹੀ ਦੇਰ ਪਹਿਲਾਂ ਹੀ ਦੱਸਿਆ ਸੀ। ਠੀਕ ਹੈ, ਜੋ ਰਾਸ਼ਟਰਪਤੀ ਹੈ ਉਹ ਆਪਣੇ ਇੰਡੀਆ ਲੈਵਲ 'ਤੇ ਰਾਸ਼ਟਰਪਤੀ, ਕੇਂਦਰ ਸਰਕਾਰ 'ਤੇ ਰਾਸ਼ਟਰਪਤੀ ਅਤੇ ਰਾਜ ਸਰਕਾਰ 'ਤੇ ਰਾਜਪਾਲ ਹੁੰਦਾ ਹੈ। ਤਾਂ ਜੋ ਉਹਦੀ ਉਮਰ ਹੈ ਰਾਸ਼ਟਰਪਤੀ ਦੀ ਕਿੰਨੀ ਸੀ? 35 ਸਾਲ। ਤਾਂ ਰਾਜਪਾਲ ਦੀ ਵੀ ਕਿੰਨੀ ਹੋਏਗੀ? 35 ਸਾਲ। ਠੀਕ ਹੈ ਜੀ, ਯਾਦ ਰੱਖਣਾ, ਵੈਰੀ ਇੰਪੋਰਟੈਂਟ ਹੈ। ਅਗਲਾ, ਭਾਰਤੀ ਸੰਵਿਧਾਨ ਦਾ ਕਿਹੜਾ ਭਾਗ ਭਾਰਤ ਵਿੱਚ ਰਾਜਪਾਲ ਦੀ ਵਿਆਖਿਆ ਕਰਦਾ ਹੈ? ਕਿਹੜੇ ਭਾਗ ਵਿੱਚ ਰਾਜਪਾਲ ਬਾਰੇ ਦਿੱਤਾ ਗਿਆ ਹੈ? ਠੀਕ ਹੈ, ਇਹਦਾ ਆਨਸਰ ਹੈ ਭਾਗ 6, ਪਾਰਟ 6 'ਚ ਰਾਜਪਾਲ ਬਾਰੇ ਦਿੱਤਾ ਗਿਆ। ਪੜ੍ਹਿਆ ਸੀ ਆਪਾਂ। ਭਾਗ 3 ਕਿਹੜਾ ਸੀ? ਮੌਲਿਕ ਅਧਿਕਾਰ ਬਾਰੇ, ਯਾਦ ਹੈ। ਭਾਗ 4 DPSPs ਬਾਰੇ ਆਏਗਾ। ਭਾਗ 4A ਮੌਲਿਕ ਕਰਤੱਵ ਬਾਰੇ ਆਏਗਾ। ਭਾਗ 6 ਕਿਹਦੇ ਬਾਰੇ ਗੱਲ ਕਰਦਾ ਹੈ? ਭਾਰਤੀ ਸੰਵਿਧਾਨ ਦੇ ਰਾਜਪਾਲ ਬਾਰੇ ਗੱਲ ਕਰਦਾ ਹੈ। ਅਗਲਾ, ਰਾਜਪਾਲ ਦੇ ਰਿਹਾਇਸ਼
ਘਰ ਦਾ ਨਾਮ ਕੀ ਹੈ? ਰਾਜਪਾਲ ਦੀ ਰਿਹਾਇਸ਼ ਦਾ ਨਾਮ ਕੀ ਹੁੰਦਾ ਹੈ? ਰਾਜ ਭਵਨ। ਉਹਨੂੰ ਕੀ ਕਿਹਾ ਜਾਂਦਾ ਹੈ? ਰਾਜ ਭਵਨ ਕਿਹਾ ਜਾਂਦਾ ਹੈ, ਰਾਜ ਭਵਨ। ਠੀਕ ਹੈ ਜੀ। ਤਾਂ ਰਾਜਪਾਲ ਦੀ ਰਿਹਾਇਸ਼ ਨੂੰ ਰਾਜ ਭਵਨ ਕਿਹਾ ਜਾਂਦਾ ਹੈ, ਰਾਜ ਭਵਨ। ਠੀਕ ਹੈ ਜੀ। ਤੋ ਅੱਜ ਆਪਾਂ ਇੰਨਾ ਹੀ ਕਰਦੇ ਹਾਂ। ਕੁਐਸਚਨ ਬਹੁਤ ਸਾਰੇ ਨੇ, 100 ਕੁਐਸਚਨਸ ਨੇ, ਆਪਾਂ ਸਾਰੇ ਇੱਕਦਮ ਨਹੀਂ ਕਰਾਂਗੇ, ਫਿਰ ਵੀਡੀਓ ਬਹੁਤ ਲੰਬੀ ਬਣ ਜਾਂਦੀ ਹੈ ਅਤੇ ਫਿਰ ਬੱਚਿਆਂ ਦਾ ਦੇਖਣ ਦਾ ਮਨ ਨਹੀਂ ਕਰਦਾ, ਇਸ ਕਰਕੇ। ਅਤੇ ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਨੇ, ਆਈ ਹੋਪ ਸੋ ਤੁਸੀਂ ਸਾਰੇ ਜ਼ਰੂਰ ਪੜ੍ਹੋਗੇ, ਇਹਦੇ ਨੋਟਸ ਜ਼ਰੂਰ ਬਣਾਓ, ਹਰ ਇੱਕ ਕੁਐਸਚਨ ਨੂੰ ਲਿਖੋ, ਤਾਂ ਕਿ ਥੋੜ੍ਹੇ ਦਿਨ ਬਾਅਦ ਹੀ ਪੇਪਰ ਆ ਰਿਹਾ, ਕੋਈ ਕਾਂਸਟੇਬਲ ਦਾ ਪੇਪਰ ਦੇ ਰਿਹਾ, ਕੋਈ SI ਦਾ ਦੇ ਰਿਹਾ ਸੀ, ਕੋਈ ਹੋਰ ਐਗਜ਼ਾਮ ਆ ਰਹੇ ਨੇ, PSSB, PSPCL, ਬਹੁਤ ਸਾਰੇ ਐਗਜ਼ਾਮ ਆ ਰਹੇ ਨੇ, ਸਾਰੇ ਵਾਸਤੇ ਬੜੇ ਇੰਪੋਰਟੈਂਟ ਕੁਐਸਚਨ ਨੇ। ਠੀਕ ਹੈ ਜੀ। ਇਹ ETT ਵਾਲੇ ਬੱਚੇ ਵੀ ਦੇਖ ਸਕਦੇ ਨੇ ਇਸ ਵੀਡੀਓ ਨੂੰ। ਠੀਕ ਹੈ ਜੀ। ਓਕੇ, ਬਾਏ ਬਾਏ, ਟੇਕ ਕੇਅਰ।